ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਨੌਵੇਂ ਕੇ ਸ਼ਲੋਕ 34ਵਾਂ। ਯਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਓ ਭਗਵਾਨ। ਯਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਓ ਭਗਵਾਨ। ਸਤਿਗੁਰ ਸਮਝਾਉਂਦੇ ਨੇ, ਬਾਣੀ ਚੌਂ ਵਰਨਾ ਕੋ ਉਪਦੇਸ਼ ਸਾਂਝਾ। ਜੋ ਜੋ ਜਪੇ ਤਿਸ ਕੀ ਗਤ ਹੋਏ। ਉਹਦੀ ਗਤੀ ਹੋਣੀ ਹੈ, ਭਾਵ ਉਹਦੀ ਮੁਕਤੀ ਹੋਣੀ ਹੈ। ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ। ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਗੇ, ਬਾਣੀ ਨੂੰ ਸਤ ਕਰਕੇ ਮੰਨਣਗੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰਸਿੱਖੋ। ਗੁਰਸਿੱਖ ਤੋਂ ਭਾਵ ਗੁਰੂ ਦੀ ਸਿੱਖਿਆ ਲੈਣ ਵਾਲੇ। ਸਰੀਰ ਕਰਕੇ ਤਾਂ ਅਸੀਂ ਪੂਰਨ ਹੋ ਜਾਂਦੇ ਹਾਂ, ਸਰੀਰ ਕਰਕੇ ਤਾਂ ਪਿੱਛੇ ਤੋਂ ਪ੍ਰਚਲਿਤ ਮੱਤਾਂ ਅਸੀਂ ਕਰਦੇ ਹੀ ਆਏ ਹਾਂ। ਹਠ ਯੋਗ, ਤਪ ਯੋਗ, ਘਰ-ਬਾਰ ਛੱਡ ਕੇ ਚਲੇ ਜਾਣਾ, ਉਹ ਸਭ ਮਾਨਵ ਵਿਧੀਆਂ ਨੇ। ਉਹੀ ਤਾਂ ਸਤਿਗੁਰ ਸਮਝਾ ਰਹੇ ਨੇ, ਮਿਟਿਓ ਨਾ ਮਨ ਕੋ ਮਾਨ। ਕਿਵੇਂ ਜਾਵੇ ਮਨ ਦਾ ਮਾਨ? ਸਾਨੂੰ ਪਤਾ ਹੀ ਨਹੀਂ ਲੱਗਦਾ ਹੰਕਾਰ ਦਾ, ਹਉਮੈ ਦਾ ਪਤਾ ਹੀ ਨਹੀਂ ਲੱਗਦਾ ਸਾਨੂੰ। ਸੱਚ ਦੇ ਗਿਆਨ ਤੋਂ ਸਾਨੂੰ ਸਮਝ ਆਉਂਦੀ ਹੈ। ਸਾਨੂੰ ਸੱਚ ਦਾ ਗਿਆਨ ਹੁੰਦਾ ਹੈ ਤਾਂ ਸਾਡੀ ਚਿੰਤਾ ਘਟਣ ਲੱਗਦੀ ਹੈ। ਬਾਣੀ ਚਿੰਤਾ ਮੁਕਤ ਹੈ। ਧੁਰ ਕੀ ਬਾਣੀ ਆਈ, ਜਿਨ ਸਗਲੀ ਚਿੰਤ ਮਿਟਾਈ। ਸਗਲੀ ਚਿੰਤਾ ਜਦੋਂ ਸ਼ਬਦ ਸਮਾਉਂਦੀ ਹੈ ਆਤਮਾ, ਉਦੋਂ ਜਾਂਦੀ ਹੈ। ਪਰ ਜਦੋਂ ਤੋਂ ਅਸੀਂ ਗੁਰ ਸ਼ਬਦ ਦੀ ਕਮਾਈ ਸ਼ੁਰੂ ਕਰ ਦਿੰਦੇ ਹਾਂ, ਗੁਰੂ ਭਗਤਾਂ ਅਨੁਸਾਰ ਅਸੀਂ ਚੱਲ ਪੈਂਦੇ ਹਾਂ, ਬਾਣੀ ਨੂੰ ਸੱਤ ਕਰਕੇ ਮੰਨਦੇ ਹਾਂ, ਮਨ ਭਾਣੇ 'ਚ ਆ ਜਾਂਦਾ ਹੈ, ਚਿੰਤਾ ਸਾਡੀ ਘਟ ਜਾਂਦੀ, ਚਿੰਤਾ ਮੁਕਤ ਹੋ ਜਾਂਦੇ ਹਾਂ ਅਸੀਂ। ਫਿਰ ਇਹਨੂੰ ਸਮਝ ਆਉਂਦੀ ਹੈ ਵੀ ਜਿਹੜਾ ਮੇਰਾ ਜੰਮਣ ਮਾਰਨ ਦਾ ਕਾਰਨ ਸੀ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਇਹ ਸਭ ਹੁਕਮ ਦੇ ਵਿੱਚ ਹੀ ਹੋ ਰਿਹਾ। ਪਰ ਸਾਨੂੰ ਹੁਕਮ ਦੀ ਸਮਝ ਹੀ ਨਹੀਂ ਹੈਗੀ। ਅਸੀਂ ਕੀ ਕਰਨਾ ਹੈ, ਕਿਸ ਕਾਰਨ ਤੁਮ ਜਗ ਆਏ ਭਾਈ, ਕੀ ਕਰਨਾ ਹੈ, ਸਾਨੂੰ ਗਿਆਨ ਹੀ ਨਹੀਂ ਹੈਗਾ। ਹੁਣ ਸਾਨੂੰ ਸੱਚ ਦੇ ਗਿਆਨ, ਗੁਰ ਸ਼ਬਦ ਦੇ ਗਿਆਨ ਤੋਂ ਪਤਾ ਲੱਗਣਾ ਵਾ। ਗੁਰ ਸ਼ਬਦ ਦੀ ਅਸੀਂ ਕਮਾਈ ਨਹੀਂ ਕਰਦੇ, ਇਸ ਦਾ ਗੁਰੂ ਨੂੰ ਉਪਦੇਸ਼ ਕਰਦੇ ਹਾਂ। ਦੇਖਦੇ ਹੀ ਹਾਂ ਜਿੰਨੇ ਵੀ ਪ੍ਰਚਲਿਤ ਅੱਜ ਪ੍ਰਚਾਰ ਹੋ ਰਿਹਾ ਵਾ, ਮਨ ਆਪਣੇ ਆਪ 'ਚ ਵੱਡਾ ਬਣਿਆ ਬੈਠਾ ਵਾ, ਮਨ ਨੂੰ ਗਿਆਨ ਹੀ ਨਹੀਂ ਹੈਗਾ। ਗੁਰ ਸ਼ਬਦ ਦੀ ਵਿਚਾਰ ਤੋਂ ਇਹਦੀ ਫਿਰ ਹਉਮੈ ਜਾਂਦੀ ਹੈ। ਫਿਰ ਇਹਨੂੰ ਸਮਝ ਆਉਂਦੀ ਹੈ ਵੀ ਜਿਹੜਾ ਮੈਂ ਵੱਡਾ ਬਣਨ ਦੀ ਗਲਤੀ ਕੀਤੀ ਹੈ, ਉਹੀ ਤਾਂ ਮੇਰਾ ਕਾਲ ਹੈ, ਉਹੀ ਤਾਂ ਹੰਕਾਰ ਹੈ। ਉਹ ਹੰਕਾਰ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ। ਹਉਮੈ ਬੂਝੇ ਤਾਂ ਦਰ ਸੂਝੇ। ਹੁਣ ਦਰ ਦਰਗਾਹ, ਦਸਵਾਂ ਦਵਾਰ, ਦੇਵਲੋਕ, ਹਰਦੁਆਰ, ਅਨੇਕਾਂ ਨਾਂ ਦੇ ਕੇ ਬਾਣੀ ਆਪਾਂ ਨੂੰ ਸਮਝਾ ਰਹੀ ਹੈ। ਤਾਈਓ ਪਤਾ ਲੱਗੂ ਜੀ ਸਾਡੀ ਹਉਮੈ ਜਾਊਗੀ। ਚਿੰਤਾ ਜਾਏ ਮਿਟੇ ਹੰਕਾਰ। ਜਿਹੜੀ ਚਿੰਤਾ ਸਾਨੂੰ ਇਹ ਜੁੜਨ ਨਹੀਂ ਦਿੰਦੀ ਹੈ। ਜਿੰਨੇ ਅਸੀਂ ਧਰਮ ਕਰਮ ਕਰਦੇ ਹਾਂ, ਸੇਵਾ ਕਰਦੇ ਹਾਂ, ਸਮਾਜ ਸੇਵਾ ਕਰਦੇ ਹਾਂ, ਭੰਡਾਰੇ ਜਾਂ ਲੰਗਰ ਲਾਉਂਦੇ, ਉਹ ਸਾਰੇ ਸਰੀਰ ਕਰਕੇ, ਸਰੀਰ ਦੀ ਲੋੜ ਕਰਕੇ ਉਹਨੂੰ ਭੁੱਖ ਸਮਝੀ ਬੈਠੇ। ਭੁੱਖਾ ਤਾਂ ਮਨ ਹੈ, ਆਤਮਾ ਤਾਂ ਭਟਕਦੀ ਹੈ। ਆਤਮਾ ਦੀ ਗਤੀ ਹੋਣੀ ਆ। ਹੁਣ ਬਾਣੀ ਦੇ ਵਿੱਚ ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਨਾਮ ਬਾਰੇ ਸਮਝਾਇਆ ਗਿਆ, ਪਰ ਇਸ ਦਾ ਨਾਮ ਵੀ ਪ੍ਰਾਪਤੀ ਕਰੀ ਬੈਠੇ ਹਾਂ। ਸਾਰੇ ਜਿੰਨੇ ਵੀ ਅਸੀਂ ਧਰਮ ਕਰਮ ਕਰਦੇ ਹਾਂ, ਉਹ ਸਾਰੇ ਅਗਿਆਨਤਾ ਦੇ ਵਿੱਚ ਨੇ। ਗਿਆਨ ਤੋਂ ਬਾਅਦ ਸਾਨੂੰ ਸਮਝ ਆਉਣਾ ਹੈ। ਗਿਆਨ ਸਾਨੂੰ ਤਾਂ ਹੋਊਗਾ ਜੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਗਿਆਨ ਨਾਲ ਹੀ ਮਨ ਨੇ ਟਿਕਣਾ ਹੈ। ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਜਲ ਤੋਂ ਬਿਨਾਂ ਘੜਾ ਨਹੀਂ ਬਣਦਾ, ਘੜੇ ਤੋਂ ਬਿਨਾਂ ਪਾਣੀ ਨਹੀਂ ਠਹਿਰਦਾ। ਇਵੇਂ ਹੀ ਮਨ ਗਿਆਨ ਤੋਂ ਬਿਨਾਂ ਨਹੀਂ ਠਹਿਰਦਾ, ਟਿਕਦਾ ਨਹੀਂ ਹੈਗਾ। ਇੱਕ ਐਸੀ ਜਗ੍ਹਾ ਸਾਡੇ ਅੰਦਰ ਹੈ ਜਿਹਨੂੰ ਬਾਣੀ ਵਿੱਚ ਦਸਵਾਂ ਦੁਆਰ ਪਿੱਛੇ ਵੀ ਵਿਚਾਰ ਕੀਤੀ ਆ ਆਪਾਂ, ਹਰਦੁਆਰ ਵੀ ਕਿਹਾ। ਉਹ ਜਿਹੜੀ ਹੈਗੀ ਉੱਥੇ ਜਗ੍ਹਾ ਹੈ, ਉਹੀ ਤਾਂ ਸਹਿਜ ਦੁਨੀਆ ਵਾ ਸਾਡੀ। ਉੱਥੇ ਤਾਂ ਭਗਤੀ ਸ਼ੁਰੂ ਹੋਣੀ ਹੈ। ਇਹ ਤਾਂ ਕਾਲਪਨਿਕ ਯੁੱਗ ਹੈ, ਕਲਯੁੱਗ ਹੈ। ਇੱਥੇ ਤਾਂ ਬਸ ਸਰੀਰ ਛੱਡਣਾ ਪੈਣਾ ਆਪਾਂ ਨੂੰ। ਇੱਥੇ ਤਾਂ ਆਪਣੇ ਸਿਰ 'ਤੇ ਕਾਲ ਖੜਾ ਵਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ। ਜੋ ਅਸੀਂ ਸੰਸਾਰ 'ਚ ਪ੍ਰਾਪਤੀਆਂ ਕਰਦੇ ਹਾਂ, ਬੜੇ ਬੜੇ ਰੁਤਬੇ, ਪਰ ਕਾਲ ਤਾਂ ਛੱਡਦਾ ਨਹੀਂ। ਉਹੀ ਸਤਿਗੁਰ ਸਮਝਾਉਂਦੇ ਨੇ, ਭਗਤ ਕਬੀਰ ਜੀ ਵੀ ਇਹੀ ਸਮਝਾਉਂਦੇ ਨੇ। ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਵੱਡਾ ਨਹੀਂ ਰੇ, ਉਹ ਬਖਸ਼ਦਾ ਹੀ ਨਹੀਂ ਹੈਗਾ। ਕਿਵੇਂ ਸੁੱਟੀਏ ਫਿਰ ਅਸੀਂ? ਮਨ ਦਾ ਮਾਨ ਕਿਵੇਂ ਜਾਵੇ? ਜਦੋਂ ਅਸੀਂ ਗੁਰ ਸ਼ਬਦ ਦੀ ਕਮਾਈ ਕਰਾਂਗੇ ਨਾ, ਗੁਰ ਸ਼ਬਦ 'ਚੋਂ ਸਾਨੂੰ ਗਿਆਨ ਪੈਦਾ ਹੋ, ਫਿਰ ਮਨ ਨੂੰ ਸਮਝ ਆਉਣੀ ਹੈ, ਫਿਰ ਇਹਦਾ ਹੰਕਾਰ ਚਲਿਆ ਜਾਣਾ। ਗੁਣ ਗਾਵਤ ਤੇਰੀ ਉਤਰੇ ਸਮੈਲ, ਸਤਿਗੁਰਾਂ ਦੇ ਵਚਨ ਲਈਏ ਆਪਾਂ।
ਜਦੋਂ ਦੇ ਗੁਣਾਂ ਨੂੰ ਵਿਚਾਰਦੇ ਹਾਂ, ਅਸੀਂ ਬਾਣੀ ਨੂੰ ਵਿਚਾਰਦੇ ਹਾਂ, ਗੁਣ ਵਿਚਾਰੇ ਗਿਆਨੀ ਸੋਏ, ਗੁਣਮੇ ਗਿਆਨ ਪ੍ਰਾਪਤ ਹੋਏ, ਫਿਰ ਸਾਨੂੰ ਗੁਣਾਂ ਦੀ ਪ੍ਰਾਪਤੀ ਸ਼ੁਰੂ ਹੁੰਦੀ ਹੈ। ਜੀਵ ਆਤਮਾ ਗੁਰ ਸ਼ਬਦ ਨੂੰ ਵਿਚਾਰਦੀ ਨਿਰਭਉ ਪਦ ਦੀ ਪ੍ਰਾਪਤੀ ਕਰ ਲੈਂਦੀ ਹੈ। ਨਿਰਭਉ ਜਪੇ ਸਗਲ ਭਉ ਮਿਟੇ, ਸਾਰੇ ਭੈ ਸੰਸਾਰੀ ਉਹਦੇ ਖਤਮ ਹੋ ਜਾਂਦੇ ਨੇ। ਇੱਕ ਗੁਣ 'ਚ ਪ੍ਰਵੇਸ਼ ਕਰ ਜਾਂਦਾ ਹੈ। ਨਿਰਭਉ ਦੇ ਨਾਲ ਹੀ ਨਿਰਵੈਰ ਹੋ ਜਾਂਦਾ ਸੰਸਾਰ ਨੇ, ਇਹਦਾ ਵੈਰ ਵਿਰੋਧ ਹੀ ਨਹੀਂ ਰਹਿੰਦਾ ਹੈਗਾ। ਕਾਲ ਤੋਂ ਮੁਕਤ ਹੋ ਜਾਂਦਾ ਹੈ। ਇਹ ਸਰੀਰ ਦਾ ਮੋਹ ਛੱਡ ਜਾਂਦਾ, ਜਿਉਂਦਾ ਹੈ। ਉਹਨਾਂ ਬਾਰੇ ਸਤਿਗੁਰ ਸਮਝਾ ਰਹੇ ਨੇ, ਜਿੰਦੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲੋਂ ਮਸਕਤ ਚੋਂ ਨਿਕਲ ਜਾਂਦੇ ਨੇ। ਪਰ ਸਾਨੂੰ ਇਹ ਕਿਵੇਂ ਅਵਸਥਾ ਪ੍ਰਾਪਤ ਹੋਵੇ, ਸਾਡਾ ਮਾਨ ਕਿਵੇਂ ਜਾਵੇ, ਜਿਹੜਾ ਮਨ ਵੱਡਾ ਵਣ ਦੀ ਥਾਣੀ ਬੈਠਾ ਵਾ, ਕਿਵੇਂ ਛੁਟਕਾਰਾ ਹੋਵੇ, ਉਹੀ ਸਤਿਗੁਰ ਸਮਝਾ ਰਹੇ ਨੇ। ਯਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ, ਮਨ ਯਤਨ ਕਰਦੇ ਹਾਂ, ਅਸੀਂ ਸਮਾਜ ਸੇਵਾ ਵੀ ਕਰਦੇ ਹਾਂ, ਗੁਰੂ ਘਰਾਂ 'ਚ ਵੀ ਕਰਦੇ ਹਾਂ, ਬਾਹਰ ਵੀ ਕਰਦੇ ਹਾਂ, ਪਰ ਹੰਕਾਰ ਵੱਧ ਜਾਂਦਾ। ਸਤਿਗੁਰਾਂ ਦੇ ਬਚਨ ਲਈਏ ਜੇ ਆਪਾਂ, ਤੀਰਥ ਵਰਤ ਔਰ ਦਾਨ ਕਰ, ਮਨ ਮੇ ਧਰੇ ਗੁਮਾਨ, ਸਭ ਨੇਫਲ ਜਾਤ ਹੈ ਜਿਉਂ ਕੁੰਚਰ ਇਸਨਾਨ। ਗੱਲ ਤਾਂ ਉਹੀ ਹਾਥੀ ਕੁੰਚਰ ਵਾਲੀ ਆ ਗਈ। ਫਿਰ ਹੰਕਾਰ ਵੱਧ ਗਿਆ। ਕਿਵੇਂ ਸਾਡਾ ਹੰਕਾਰ ਘਟੇ? ਸੱਚ ਦੇ ਗਿਆਨ ਨਾਲ ਸਾਡਾ ਹੰਕਾਰ ਘਟਦਾ ਹੈ। ਗੁਣ ਗਾਵਤ ਤੇਰੀ ਉਤ ਸਮੈਲ ਤੋਂ ਭਾਵ ਹੈ, ਜਦੋਂ ਅਸੀਂ ਗੁਣਾਂ ਨੂੰ ਵਿਚਾਰਦੇ ਹਾਂ, ਉਹ ਸ਼ਕਤੀ ਦਾ ਜੋ ਸਾਨੂੰ ਗਿਆਨ ਹੁੰਦਾ ਹੈ, ਮਨ ਦਾ ਹੰਕਾਰ ਢਿਆਲਾ ਹੋ ਜਾਂਦਾ ਵਾ ਵੀ ਮੈਂ ਤਾਂ ਕੁਛ ਵੀ ਨਹੀਂ ਹੈਗਾ। ਜਦੋਂ ਵਿਚਾਰਦਾ ਵਾ ਇਸਕਾ ਬਲ ਇਸ ਨਹੀਂ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਫਿਰ ਇਹਨੂੰ ਸਮਝ ਆ ਜਾਂਦੀ ਹੈ। ਫਿਰ ਇਹਦਾ ਮਾਨ ਜਾਂਦਾ ਵਾ। ਫਿਰ ਅੱਗੇ ਬੇਨਤੀ ਕਰਦਾ, ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ। ਇਹ ਦਾਤਾ ਕਿਰਪਾ ਕਰ, ਰਹਿਮਤ ਕਰ। ਫਿਰ ਮੰਗਦਾ ਹੈ, ਅੰਧਕੂਪ ਮੈਂ ਪਤਤ ਵਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਪਤਤ ਹੋ ਗਿਆ, ਆਪਦੇ ਮੂਲ ਨੂੰ ਟੁੱਟ ਕੇ ਜੰਮਣ ਮਰਨ 'ਚ ਆ ਗਿਆ। ਇਹ ਦਿਆਲੂ ਕਿਰਪਾ ਕਰੋ, ਇਹ ਹਨੇਰੇ ਦੇ ਖੂਹ 'ਚੋਂ ਕੱਢੋ ਸਾਨੂੰ। ਇਹੀ ਤਾਂ ਬੇਨਤੀ ਕਰਨੀ ਸੀ। ਕਿਵੇਂ ਬੇਨਤੀ ਕਰੀਏ? ਅਸੀਂ ਤਾਂ ਮਨ ਦੇ ਪਿੱਛੇ ਚੱਲਦੇ ਹਾਂ। ਆਪਾਂ ਧੰਨਾ ਭਗਤ ਜੀ ਦਾ ਸ਼ਬਦ ਲੈਂਦੇ ਹਾਂ। ਆਪਾਂ ਇਹ ਜੀਵ ਦਾ ਆਉਣਾ ਜਾਣਾ ਕਿਵੇਂ ਮੁੱਕੂਗਾ, ਔਰ ਜੀਵ ਇਹ ਕੀ ਕਰਦਾ ਵਾ। ਆਸਾ ਬਾਣੀ ਭਗਤ ਧੰਨੇ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਾਨੂੰ ਇੱਕ ਹੋਣ ਲਈ ਸਤਿਗੁਰ ਪ੍ਰਸਾਦ ਭਾਵ ਸੱਚ ਦਾ ਗਿਆਨ ਚਾਹੀਦਾ ਹੈ। ਸੱਚ ਦਾ ਗਿਆਨ ਬਾਣੀ ਦੇ ਰਹੀ ਹੈ, ਝੂਠ ਦਾ ਸਮਾਪਤ ਹੋ ਜਾਂਦਾ। ਭਗਤ ਜੀ ਸਮਝਾ ਰਹੇ ਨੇ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਤੀਰੇ, ਲਾਲਚ ਵਿਖ ਕਾਮ ਲੁਵਧ, ਰਾਤਾ ਮਨ ਬਿਸਰੇ ਪ੍ਰਭ ਹੀਰੇ। ਐਸਾ ਹੀਰਾ ਪ੍ਰਭੂ ਵਿਚਾਰਤਾ ਕਿਹਦੀ ਖਾਤਰ? ਲਾਲਚ ਖਾਤਰ। ਸਾਡਾ ਜੰਮਣ ਮਾਰਨ ਦਾ ਕਾਰਨ ਕੀ ਸੀ? ਅਨੇਕਾਂ ਜੂਨੇ 'ਚ ਘੁੰਮਣ ਦਾ। ਉਹੀ ਭਗਤ ਜੀ ਸਮਝਾ ਰਹੇ ਨੇ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਧਨ ਮਨ ਧਨ ਨਹੀਂ ਤੀਰੇ। ਸੰਤੋਖ ਆਇਆ ਨਹੀਂ। ਸੰਤੋਖ ਤਾਂ ਸੱਚ ਦੇ ਗਿਆਨ ਤੋਂ ਆਉਣਾ ਸੀ। ਲਾਲਚ ਵਿਖ ਕਾਮ ਲੁਬੁੱਧ, ਰਾਤਾ ਮਨ ਵਿਸਰੇ ਪ੍ਰਭ ਹੀਰੇ। ਆਪਾਂ ਭਗਤ ਰਵਿਦਾਸ ਜੀ ਦੇ ਸ਼ਬਦ ਲੈਣੇ, ਹਰ ਜੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸੱਚ ਭਾਖੇ ਰਵਿਦਾਸ। ਰਵਿਦਾਸ ਜੀ ਸਮਝਾਉਂਦੇ ਨੇ, ਜਿਹੜੇ ਹਰੀ ਨੂੰ ਛੱਡ ਕੇ, ਹਰ ਕਥਾ ਨੂੰ ਛੱਡ ਕੇ ਆਪ ਵੱਡਾ ਬਣਨ ਦੀ ਕੋਸ਼ਿਸ਼ ਕਰਨਗੇ, ਹੋਰ ਮਾਇਆ ਦੀ ਇੱਛਾ ਰੱਖਣਗੇ, ਸਭ ਨਰਕਾਂ ਨੂੰ ਚਲੇ ਜਾਣ। ਦੋਜਕ ਤੋਂ ਭਾਵ ਨਰਕਾਂ ਨੂੰ ਚਲੇ ਜਾਣ, ਫਿਰ ਜੰਮਣ ਮਰਨ ਨੂੰ ਚਲੇ ਜਾਣ। ਉਹੀ ਭਗਤ ਜੀ ਸਮਝਾ ਰਹੇ ਨੇ। ਰਹਾਓ, ਬਿਖ ਫਲ ਮੀਠ ਲਗੇ ਮਨ ਬੋਰੇ, ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਵੱਡੀ, ਅਨਭਾਤੀ ਜਨਮ ਮਰਨ ਫਿਰ ਤਾਨਿਆ। ਵਿਖਿਆ ਦੇ ਫਲ ਲੱਗਦੇ ਨੇ ਸਾਨੂੰ। ਧੀ ਪੁੱਤ ਇਹ ਸੰਸਾਰ ਜੋ ਦੇਖਦੇ ਆ, ਇਹਨੂੰ ਬਾਣੀ ਵਿਖਿਆ ਕਹਿੰਦੀ ਆ। ਵਿਖ ਬੀਜੇ ਵਿਖ ਖਾਏ, ਪਰ ਅਸੀਂ ਛੁਟਕਾਰਾ ਪਾਉਣਾ। ਮੈਂ ਸਤਿਗੁਰਾਂ ਦੇ ਵਚਨ ਲਈਏ ਜਪਜੀ ਸਾਹਿਬ ਦੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ ਲੈ ਜਾਂਦੀ ਹੈ। ਸੁੱਖ ਸਾਗਰ ਦਾ ਵਾਸੀ ਹੈ, ਦੁੱਖ ਸਾਗਰ 'ਚ ਆ ਗਿਆ, ਹੁਣ ਇੱਥੇ ਸੁੱਖ ਭਾਲੀ ਜਾਂਦਾ। ਉਹ ਇਹ ਤਾਂ ਭਾਈ ਸੰਸਾਰ ਛੱਡਣਾ ਪੈਣਾ ਸਾਨੂੰ। ਸਾਡਾ ਜਾਣ ਨੂੰ ਜੀ ਨਹੀਂ ਕਰਦਾ, ਤਾਂ ਕੀ ਹੋਇਆ, ਤਾਂ ਜਾਣਾ ਹੀ ਪੈਣਾ ਵਾ। ਉਹੀ ਤਾਂ ਬਾਣੀ ਆਪਣਾ ਕੰਮ ਨਿਬੇੜਦੀ ਆ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਮੂਹਰੇ ਸਮਾਂ ਆ ਰਿਹਾ, ਔਖੀ ਘੜੀ। ਸਰੀਰ ਛੱਡਣਾ, ਇੱਥੇ ਸੰਸਾਰ ਤੋਂ ਜਾਣਾ ਬੜਾ ਔਖਾ ਸਮਾਂ। ਉਹ ਜਨਮ ਦਾ ਵੀ ਔਖਾ ਸਮਾਂ ਵਾ। ਇਹੀ ਤਾਂ ਨਿਬੇੜਦੀ ਹੈ ਗੁਰਬਾਣੀ। ਪਰ ਇਹ ਤਾਂ ਸਾਡਾ ਨਿਵਾਰਨ ਹੋਊਗਾ ਜੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਅਸੀਂ ਤਾਂ ਮਾਇਆ ਨਹੀਂ ਜੁੜੇ ਬੈਠੇ ਹਾਂ, ਵੀ ਜਾਣਾ ਹੀ ਨਹੀਂ ਹੈਗਾ। ਬਿਖ ਫਲ ਮੀਠ ਲੱਗੇ ਮਨ ਬੋਰੇ, ਮਨਾ ਚਾਰ ਵਿਚਾਰ ਨਾ ਜਾਣਿਆ। ਜੇ ਤੂੰ ਕਰ ਰਿਹਾ ਵਾ, ਵਿਚਾਰ ਨਹੀਂ ਕੀਤੀ ਤੈਂ, ਜੋ ਤੇਰਾ ਆਚਰਣ ਹੈ, ਕੀ ਕਰ ਰਿਹਾ ਵਾ ਤੂੰ, ਉਹਨੂੰ ਵਿਚਾਰਿਆ ਨਹੀਂ ਹੈਗਾ।
ਜਦੋਂ ਅਸੀਂ ਗੁਣਾਂ ਦੀ ਕਮਾਈ ਕਰਦੇ ਹਾਂ, ਗੁਰਬਾਣੀ ਨੂੰ ਵਿਚਾਰਦੇ ਹਾਂ, ਤਾਂ ਗੁਣਾਂ ਤੋਂ ਪ੍ਰੀਤ ਵੱਧਦੀ ਹੈ। ਕਿਹਦੇ ਨਾਲ? ਆਪਦੇ ਮੂਲ ਨਾਲ। ਜਦੋਂ ਬਾਣੀ 'ਚ ਆਪਾਂ ਨੂੰ ਅਨੇਕਾਂ ਉਪਦੇਸ਼ ਦੇ ਕੇ ਸਮਝਾਇਆ, ਬਾਣੀ 'ਚ ਆਤਮਾ ਜਿਹੜੀ ਹੈਗੀ ਹਰ ਤੋਂ ਵਿਸਰ ਗਈ, ਹਰ ਵਿਸਰ ਸਦਾ ਖਵਾਰੀ, ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਭੇ ਰੋਗ, ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਸਮਝਾਇਆ ਵਾ। ਜਦੋਂ ਅਸੀਂ ਗੁਣ ਵਿਚਾਰੇ, ਗਿਆਨੀ ਸੋਏ ਗੁਣਮੇ ਗਿਆਨ ਪ੍ਰਾਪਤ ਹੋਏ, ਕੋਈ ਵੀ ਗੁਰਸਿੱਖ ਸੰਗਤ ਗੁਰਬਾਣੀ ਨੂੰ ਵਿਚਾਰਦੀ ਹੈ, ਉਹਨੂੰ ਇਹ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਪ੍ਰੀਤ ਪੈਂਦੀ ਹੈ। 10ਵੇਂ ਪਾਤਸ਼ਾਹ ਦੇ ਆਪਾਂ ਜਾਪ ਸਾਹਿਬ ਦੇ ਬਚਨ ਲੈ ਲੈਂਦੇ ਹਾਂ, ਨਮੋ ਪ੍ਰੀਤ ਪ੍ਰੀਤੇ। ਸੰਸਾਰ ਨਾਲ ਤਾਂ ਮੋਹ, ਪ੍ਰੀਤ ਨਹੀਂ ਹੁੰਦੀ। ਇਹ ਤਾਂ ਫਿਰ ਝੂਠੀ ਹੋ ਜਾਂਦੀ ਹੈ। 9ਵੇਂ ਪਾਤਸ਼ਾਹ ਦੇ ਬਚਨ ਲੈ ਲੈਣੇ ਆਪਾਂ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਲਾਸਟ ਨੂੰ ਪ੍ਰੀਤ ਝੂਠੀ ਹੋ ਜਾਂਦੀ ਹੈ। ਬਾਬਾ ਫਰੀਦ ਜੀ ਦਾ ਸਲੋਕ ਲੈ ਲੈਂਦੇ ਹਾਂ, ਦੇਖ ਫਰੀਦਾ ਜੇਠੀਆ, ਸ਼ੱਕਰ ਹੋਈ ਵਿਸ ਸਾਈਂ ਵਾਜੋਂ ਆਪਣੇ ਵੇਦਣ ਕਹੀਏ ਕਿਸ। ਜਿਹੜੇ ਰਿਸ਼ਤੇ ਸ਼ੱਕਰ ਮਿੱਠੇ ਲੱਗਦੇ ਸੀ, ਅੱਜ ਕਿਉਂ ਵਿਸ ਜ਼ਹਿਰ ਲੱਗਦੇ ਨੇ? ਸੀ ਤਾਂ ਵਿਸ ਜ਼ਹਿਰ ਹੀ, ਪਰ ਸਾਨੂੰ ਮਿੱਠੇ ਲੱਗੇ, ਸਾਨੂੰ ਗਿਆਨ ਨਹੀਂ ਸੀਗਾ। ਉਹੀ ਤਾਂ ਆਪਾਂ ਗਿਆਨ ਲੈਣਾ। ਹੁਣ ਸਭ ਤੋਂ ਪਹਿਲਾ ਪਦਾਰਥ ਆਪਣਾ ਗਿਆਨ ਹੈ। ਗਿਆਨ ਨਾਲ ਹੀ ਸਾਡਾ ਸੰਸਾਰ ਤੋਂ ਛੁਟਕਾਰਾ ਹੋਣਾ ਵਾ। ਮੁਕਤੀ ਤੋਂ ਭਾਵ ਮਨ ਦਾ ਚੁੱਪ ਕਰ ਜਾਣਾ ਦੂਆ ਪਦਾਰਥ ਹੈ, ਪਰ ਸਾਨੂੰ ਤਾਂ ਗਿਆਨ ਹੀ ਨਹੀਂ ਹੋਇਆ ਹਾਲੇ। ਸਰੀਰ ਕਰਕੇ ਅਸੀਂ ਪੂਰਨ ਮੰਨੀ ਬੈਠੇ ਹਾਂ, ਹੰਕਾਰ ਕਰੀ ਬੈਠੇ ਹਾਂ ਵੀ ਅਸੀਂ ਭਗਤੀ ਕਰਦੇ ਹਾਂ। ਬਿਨ ਗੁਣ ਕੀਤੇ ਭਗਤ ਨਾ ਹੋਏ, ਜਪਜੀ ਸਾਹਿਬ ਸਤਿਗੁਰ ਸਮਝਾਉਂਦੇ। ਗੁਣ ਕੋਈ ਨਹੀਂ, ਭਗਤ ਫੇਰਾ ਸੀ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਪ੍ਰੀਤ ਬੜੀ ਅਨਭਾਤੀ, ਜਨਮ ਫਿਰ ਮਰਨ ਫਿਰ ਤਾਨਿਆ। ਜਦੋਂ ਪ੍ਰੀਤ ਪੈਂਦੀ ਹੈ, ਗਿਆਨ ਹੁੰਦਾ ਹੈ, ਗੁਣਾਂ ਦੀ ਕਮਾਈ ਕਰਦੇ ਹਾਂ, ਫਿਰ ਮਨ ਬੁੱਧੀ ਨੂੰ ਅਕਲ ਆਉਂਦੀ ਹੈ। ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ। ਫਿਰ ਸੋਝੀ ਹੋ ਜਾਂਦੀ ਹੈ ਵੀ ਇਹ ਤਾਂ ਜਨਮ ਮਰਨ ਦਾ ਕਾਲ ਸਾਡੇ ਸਿਰ 'ਤੇ ਹੀ ਖੜਾ ਸਾਰਾ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਜੁਗਤ ਜਾਨ ਨਹੀਂ ਹਿਰਦੇ ਨਿਵਾਸੀ, ਜਲਤ ਜਾਲ ਜਮ ਫੰਦ ਪਰੇ, ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਵਿਸਰੇ। ਭਗਤ ਜੀ ਸਮਝਾਉਂਦੇ ਨੇ ਇਹੀ ਤਾਂ ਜੁਗਤੀ ਹੈ। ਹਰ ਜਨ ਮੁਕਤ ਜੁਗਤ ਜੀ ਕਾ ਦਾਤਾ। ਸੰਤ ਜਨਾਂ ਦੀ ਬਾਣੀ ਹੈ ਇਹ, ਭਗਤ ਜਨਾਂ ਦੀ ਬਾਣੀ ਹੈ ਭਾਈ। ਇਹੀ ਤਾਂ ਵਿਧੀ ਹੈ ਇੱਕ ਹੋਣ ਦੀ। ਇਹ ਜਾਣ ਕੇ ਵੀ ਅਸੀਂ ਫਿਰ ਗੁਰੂ ਭਗਤਾਂ ਦੇ ਰਾਹ 'ਤੇ ਨਹੀਂ ਚੱਲਾਂਗੇ ਤਾਂ ਸਾਨੂੰ ਕਿਵੇਂ ਮੁਕਤੀ ਮਿਲੂਗੀ? ਜੁਗਤੀ ਨੂੰ ਜਾਣਨਾ ਵਾ, ਇਹੀ ਤਾਂ ਹਿਰਦੇ 'ਚ ਵਸਾਉਣੀ ਆ। ਕਿਹਨਾਂ ਦੇ ਵਸਦੀ ਹੈ? ਜਿਹੜੇ ਭਰੋਸਾ ਕਰਦੇ ਨੇ, ਜਿਹੜੇ ਭਾਣੇ ਚੱਲਦੇ ਨੇ। ਜੁਗਤ ਜਾਨ ਨਹੀਂ ਹਿਰਦੇ ਨਿਵਾਸੀ, ਜਲਤ ਜਾਲ ਜਮ ਫੰਦ ਪਰੇ। ਫਿਰ ਜਮ ਨਹੀਂ ਸੜਦੇ ਹੈਗੇ। ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਵਿਸਰੇ। ਵਿਸਰ ਗਿਆ ਉਹ ਪਰਮ ਪੁਰਖ, ਵਿਸਰਿਆ ਜਿਹਦੇ ਦਰਸ਼ਨ ਕਰਨ ਆਈ ਸੀ ਆਤਮਾ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਗਿਆਨ ਪ੍ਰਵੇਸ਼ ਗੁਰਹਿ ਤਨ ਦੀਆ, ਧਿਆਨ ਮਾਨ ਮਨ ਏਕ ਮਏ, ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਪਏ। ਆ ਦੇਖੋ ਆ ਗਏ ਨਾ, ਭਗਤ ਜੀ ਵੀ ਉਹੀ ਸਮਝਾ ਰਹੇ ਨੇ। ਗਿਆਨ ਪ੍ਰਵੇਸ਼ ਗੁਰਹਿ ਤਨ ਦੀਆ, ਇਹ ਐਸਾ ਗਿਆਨ ਆ। ਪਾਸਾ ਦੀ ਬਾਤ ਸਤਿਗੁਰਾਂ ਦੇ ਵਚਨ ਲੈਨੇ ਆ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਇਹ ਐਸਾ ਗਿਆਨ ਹੈ, ਮਨੁੱਖ ਨੂੰ ਦੇਵਤਾ ਬਣਾ ਦਿੰਦਾ ਵਾ। ਆਪਾਂ ਆਸਾ ਦੀ ਵਾਰ ਦੂਜੀ ਪੌੜੀ ਲੈ ਰਹੇ ਨੇ। ਜੇ ਸੋ ਚੰਦਾ ਉਗਵੇ ਸੂਰ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਆਧਾਰ। ਗੁਰ ਤੋਂ ਭਾਵ ਗਿਆਨ ਤੋਂ ਬਿਨਾਂ ਸਾਡੇ ਅੰਦਰ ਹਨੇਰਾ ਹੀ ਰਹਿੰਦਾ ਵਾ। ਚਾਹੇ ਸੰਸਾਰ 'ਚ ਕਿੱਡੇ ਵੀ ਕੋਈ ਗੁਰੂ ਬਣ ਜਾਣ, ਕਿੱਡੇ ਵੀ ਆਪਦੇ ਆਪ ਨੂੰ ਮੰਨਣ, ਪਰ ਗੁਰ ਤੋਂ ਬਿਨਾਂ, ਗੁਰ ਸ਼ਬਦ ਤੋਂ ਬਿਨਾਂ ਸਾਡੇ ਅੰਦਰ ਹਨੇਰਾ ਹੀ ਰਹਿੰਦਾ ਵਾ। ਉਹੀ ਭਗਤ ਜੀ ਸਮਝਾ ਰਹੇ ਨੇ। ਗਿਆਨ ਪ੍ਰਵੇਸ਼ ਗੁਰਹਿ ਤਨ ਦੀਆ, ਧਿਆਨ। ਧਿਆਨ ਕੀ ਹੈ? ਬਾਣੀ ਸਾਨੂੰ ਇੱਕ ਦਾ ਗਿਆਨ ਕਰਾਉਂਦੀ ਹੈ। ਇੱਕ ਜੀਵ ਹੁਣ ਆਇਆ, ਇਹ ਜੁਗਮੇ ਏਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਹੋਈ ਸਤਿਗੁਰ ਸਮਝਾ ਰਹੇ ਨੇ। ਮਨ ਕੀ ਹੈ? ਇੱਛਾ ਰੂਪ ਹੀ ਹੈ। ਜਦੋਂ ਇੱਛਾ ਖਤਮ ਹੋ ਜਾਂਦੀ ਹੈ, ਫਿਰ ਇੱਕ ਹੋ ਜਾਂਦੇ ਨੇ। ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ, ਧਿਆਨ ਮਾਨ ਮਨ ਏਕ ਮਏ, ਪ੍ਰੇਮ ਭਗਤੀ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਪਏ। ਰੱਜ ਜਾਂਦਾ ਹੈ ਜੀਵ, ਕੋਈ ਇੱਛਾ ਨਹੀਂ ਰਹਿੰਦੀ। ਸਭੇ ਇੱਛਾ ਪੂਰੀਆਂ, ਜਾਂ ਪਾਇਆ ਗਮ ਪਾਰਾ। ਆਤਮਾ ਪ੍ਰਾਤਮਾ ਦੇ ਦਰਸ਼ਨ ਕਰ ਲੈਂਦੀ ਹੈ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਇਹੀ ਅਵਸਥਾ ਆਪਾਂ ਪ੍ਰਾਪਤ ਕਰਨੀ ਹੈ। ਜਦੋਂ ਇੱਕ ਹੋਵਾਂਗੇ, ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਇਹ ਪ੍ਰੇਮਾ ਭਗਤੀ ਹੈ ਭਾਈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਸਾਡੇ ਦੇ ਅੰਦਰ ਤਾਂ ਬੈਰ ਵਿਰੋਧ ਗਿਆ ਹੀ ਨਹੀਂ। ਪ੍ਰੇਮਾ ਭਗਤੀ ਅਸੀਂ ਕਿਵੇਂ ਕਰਾਂਗੇ? ਸਭ ਤੋਂ ਪਹਿਲਾਂ ਸਾਨੂੰ ਗੁਰਸ਼ਬਦ 'ਚੋਂ ਗਿਆਨ ਹੋਊਗਾ। ਗਿਆਨ ਤੋਂ ਬਾਅਦ ਮੁਕਤੀ, ਮੁਕਤੀ ਤੋਂ ਬਾਅਦ ਨਾਮ ਦਾ ਦਰਸ਼ਨ ਬੁੱਧੀ ਕਰਦੀ ਹੈ, ਫਿਰ ਜਨਮ ਹੁੰਦਾ ਹੈ। ਪਰ ਹਾਲ ਤਾਂ ਸਾਨੂੰ ਗਿਆਨ ਹੀ ਨਹੀਂ ਹੋਇਆ, ਸਾਡੇ ਅੰਦਰ ਬੈਰ ਵਿਰੋਧ ਹੀ ਨਹੀਂ ਗਿਆ। ਪ੍ਰੇਮ ਭਗਤੀ ਅਸੀਂ ਕਿਵੇਂ ਕਰਾਂਗੇ?
ਅੱਗੇ ਸਤਿਗੁਰ ਕੀ ਸਮਝਾਉਂਦੇ ਨੇ ਭਗਤ ਜੀ, ਜੋਤ ਸਮਾਏ ਸਮਾਨੀ ਜਾ ਕੈ ਅਸਲੀ ਪ੍ਰਭ ਪਹਿਚਾਨਿਆ, ਧੰਨੇ ਧਨ ਪਾਇਆ ਧਰਣੀ ਤਰ ਮਿਲ ਸੰਤ ਜਨ ਸੰਤ ਸਮਾਨਿਆ। ਭਗਤ ਜੀ ਸਮਝਾਉਂਦੇ ਨੇ, ਜੋਤ ਸਮਾਏ, ਜੋਤੀ ਜੋਤ ਮਿਲੀ ਜਲ ਕਾ ਜਲ ਹੁਆ ਰਾਮ, ਸੂਰਜ ਕਿਰਨ ਮਿਲੇ ਸਪੂਰਨ ਹੁਆ ਥੀਆ ਰਾਮ। ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ। ਇਹ ਐਸੀ ਭਗਤੀ ਹੈ, ਇੱਥੇ ਮਾਇਆ ਅਛਲ ਨਹੀਂ ਸਕਦੀ। ਅਛਲੀ ਅਛਲ ਭਗਤ ਹੈ ਇਹ। ਗੁਰ ਗਿਆਨ, ਗੁਰ ਸ਼ਬਦ ਦਾ ਗਿਆਨ, ਗੁਰੂ ਭਗਤਾਂ ਦਾ ਦਰਸਾਇਆ ਹੋਇਆ ਮਾਰਗ, ਇੱਥੇ ਮਾਇਆ ਕੁਛ ਨਹੀਂ ਕਰਦੀ ਹੈਗੀ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈ ਲੈਣੇ। ਕਬੀਰ ਆਈ ਬੁਝ ਪੈ ਅਨਕ ਕਰੇ ਕਰ ਪੇਖ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਦੇਖੋ ਭਗਤ ਜੀ ਸਮਝਾ ਰਹੇ ਨੇ, ਮਾਇਆ ਕੁਛ ਨਹੀਂ ਵਿਗਾੜ ਸਕਦੀ, ਸਾਨੂੰ ਛੱਲ ਨਹੀਂ ਸਕਦੀ। ਆਤਮਾ ਪ੍ਰਾਤਮਾ ਨੂੰ ਪਹਿਚਾਣ ਲੈਂਦੀ, ਦਰਸ਼ਨ ਕਰ ਲੈਂਦੀ ਹੈ। ਪ੍ਰਭ ਪਹਿਚਾਨਿਆ, ਧੰਨੇ ਧਨ ਪਾਇਆ ਧਰਣੀ ਤਰ ਮਿਲ ਜਨ ਸੰਤ ਸਮਾਨਿਆ। ਜਨ ਤੋਂ ਭਾਵ ਜਦੋਂ ਜਾਣਕਾਰ ਹੋ ਜਾਂਦਾ ਹੈ, ਸੰਤ ਜਨ ਬਣ ਜਾਂਦਾ ਹੈ, ਫਿਰ ਇਹ ਸਮਾ ਜਾਂਦਾ ਉਹਦੇ ਵਿੱਚ। ਸਤਿਗੁਰ ਸਮਝਾਉਂਦੇ ਨੇ ਭਗਤ ਜੀ, ਧੰਨੇ ਧਨ ਪਾਇਆ ਧਰਣੀ ਤਰ। ਧਰਣੀ ਤਰ ਤੋਂ ਭਾਵ ਸ੍ਰਿਸ਼ਟੀ ਪੈਦਾ ਕਰਨ ਵਾਲਾ ਕੁਦਰਤ ਹੁਕਮ, ਜਿਹਨੂੰ ਨਾਮ ਸਾਰੇ ਤਰਸਦੇ ਫਿਰਦੇ ਨੇ, ਉਹੀ ਨਾਦ ਹੈ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੇਂ ਇਸਕਾ ਵਿਸਰਾਮ। ਸੁਨ ਸਮਾਧ ਤੈ ਅਨੰਦ ਨਾਦ, ਕਹੀ ਨਾ ਜਾਈ ਅਚਰਜ ਬਿਸਮਾਦ। ਇਹ ਮਾਇਆ ਤੋਂ ਪਰੀ ਦੀ ਗੱਲ ਹੈ। ਭਾਈ ਬਾਣੀ ਸਾਨੂੰ ਨਿਰਾਕਾਰ ਦੁਨੀਆ ਦਾ, ਨਿਰਾਕਾਰ ਤੋਂ ਭਾਵ ਆਕਾਰ ਤੋਂ ਰਹਿਤ, ਉਹਦਾ ਗਿਆਨ ਕਰਾਉਂਦੀ ਹੈ। ਅਸੀਂ ਮਾਇਆ 'ਚ ਲੱਭੀ ਜਾਂਦੇ ਹਾਂ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਹੁਣ ਜਾਨੂੰ ਸਮਾਂ ਆ ਜਾਂਦਾ। ਉਹੀ ਸਤਿਗੁਰ ਸਮਝਾਉਂਦੇ ਨੇ, ਯਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ। ਆਪਣੀ ਬੁੱਧ ਬਲ ਨਾਲ ਤਾਂ ਭਾਈ ਇਹ ਪ੍ਰਾਪਤੀ ਨਹੀਂ ਹੋਣੀ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਉਜਲ ਜਗਤ ਨਾ ਜਾਈ ਤਰਨਾ। ਗੁਰਮੁਖ ਤਰ ਹਰ ਤਾਰੀ। ਇਹ ਹਰ ਤਾਰੀ ਹਰ ਦਾ ਕਥਾ ਹੈ, ਹਰੀ ਦੀ ਬਾਣੀ ਹੈ, ਹਰ ਦਰਸ਼ਨ ਹੈ ਬਾਣੀ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁਖ ਲੱਥਾ। ਇਹ ਵਿਚਾਰ ਨਹੀਂ ਹੈ, ਜਿਹੜੇ ਵਿਚਾਰਨਗੇ ਖੋਜਣਗੇ ਇਹਨੂੰ, ਉਹ ਅਮਰ ਹੋ ਜਾਣਗੇ। ਉਹਨਾਂ ਸੰਸਾਰ ਤੋਂ ਛੁਟਕਾਰਾ ਹੋਈ, ਉਹਨਾਂ ਦਾ ਮਨ ਦਾ ਮਾਨ ਚਲਿਆ ਜਾਊਗਾ, ਉਹਨਾਂ ਦੀ ਭਗਵਾਨ ਦੀ ਕਿਰਪਾ ਹੋ ਜੂ। ਉਹੀ ਤਾਂ ਕਹਿ ਰਿਹਾ ਗੁਰੂ ਸਾਹਿਬ, ਦੁਰਮਤ ਸਿਓ ਨਾਨਕ ਫਤਿਓ ਰਾਖ ਲਿਓ ਭਗਵਾਨ। ਇਹੀ ਤਾਂ ਬੇਨਤੀ ਕਰਨੀ, ਭਾਈ ਦਾਤਾ ਕਿਰਪਾ ਕਰ, ਰਹਿਮਤ ਕਰ, ਸਾਨੂੰ ਗੁਰ ਸ਼ਬਦ ਦੀ ਕਮਾਈ ਕਰੀਏ ਅਸੀਂ ਵੀ, ਸਾਡੀ ਵੀ ਅਵਸਥਾ ਪ੍ਰਾਪਤ ਹੋਵੇ, ਸਾਡਾ ਵੀ ਹੰਕਾਰ ਚਲਿਆ ਜਾਵੇ, ਸਾਡਾ ਵੀ ਕਾਲ ਤੋਂ ਛੁਟਕਾਰਾ ਹੋਵੇ, ਅਸੀਂ ਆਪਦੇ ਘਰ ਪਹੁੰਚੀਏ ਦੇਵਲੋਕ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਐਸੇ ਗੁਰਸਿੱਖਾਂ ਨਾਲ ਹੋਰ ਕਿੰਨੇ ਨਿਕਲ ਜਾਂਦੇ ਨੇ। ਭਗਤ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਇਹ ਗਿਆਨ ਦਾ ਸਮੁੰਦਰ ਦਿੱਤਾ, ਆਪਾਂ ਇਹ ਰਾਹ 'ਤੇ ਚੱਲਣਾ ਵਾ ਤਾਂ ਇਹ ਸੰਸਾਰ ਪਾਰ ਹੋਣਾ ਵਾ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲਗਾਵੇ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।